ਕੈਨੇਡਾ, ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਕਿਸਾਨੀ ਮੁੱਦੇ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਦੀ ਮੌਜੂਦਾ ਹਾਲਤ ਦੇ ਉੱਤੇ ਤੇ ਮੇਰੇ ਨਾਲ ਨੇ ਇਸ ਵੇਲੇ ਸਰਦਾਰ ਬਲਦੇਵ ਸਿੰਘ ਜੀ ਸਿਰਸਾ, ਜਿਹੜੇ ਦਲ ਖਾਲਸਾ ਨਾਲ ਵੀ ਸੰਬੰਧਿਤ ਨੇ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੀ ਸਮੇਂ-ਸਮੇਂ ਤੇ ਉਠਾਉਂਦੇ ਰਹਿੰਦੇ ਨੇ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ। ਸਿਰਸਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਸਰਕਾਰਾਂ ਬਦਲਦੀਆਂ ਨੇ, ਤੁਸੀਂ ਕੀ ਸਮਝਦੇ ਜੇ ਕਿਸਾਨਾਂ ਦੇ ਹਾਲਾਤ ਜਿਹੜੇ ਆ ਉਹ ਬਦਲੇ ਨੇ ਜਾਂ ਬਦਲਣਗੇ? ਕਿਉਂਕਿ ਹੁਣ ਵੀ ਲੋਕ ਸਭਾ ਦੀ ਇਲੈਕਸ਼ਨ ਆ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸੀਗੇ, ਉੱਥੇ ਵੀ ਗੱਲ ਕਿਸਾਨਾਂ ਦੀ ਹੋਈ ਆ ਤੇ ਇਹ ਕਿਹਾ 2022 ਤੱਕ ਆਮਦਨ ਦੁੱਗਣੀ ਹੋ ਜਾਏਗੀ। ਕਿਵੇਂ ਆਮਦਨ ਦੁੱਗਣੀ ਹੋਵੇਗੀ? ਕੀ ਵਾਕਿਆ ਹੀ ਹੋਵੇਗੀ ਜਾਂ ਸਿਰਫ ਕਿਸਾਨਾਂ ਨੂੰ ਸਿਆਸੀ ਲੋਕ ਜਿਹੜੇ ਆ ਆਪਣੀ ਵੋਟ ਬੈਂਕ ਦੇ ਤੌਰ ਦੇ ਉੱਤੇ ਸਿਆਸਤ ਲਈ ਵਰਤਦੇ ਰਹਿਣਗੇ? ਗਿਰ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਨਾ ਜੀ, ਤੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਹਾਂਜੀ, ਤੇ ਇਹ ਗੱਲ ਹਰ ਵਰਗ ਦੀ ਕਰਦੀਆਂ ਨੇ, ਪਰ ਕਿਸਾਨੀ ਦੀ ਬਹੁਤ ਵੱਡੇ ਪੱਧਰ ਤੇ ਕਰਦੇ ਨੇ। ਕਿਉਂਕਿ ਬਹੁਤ ਗਿਣਤੀ ਜਿਹੜੀ ਆ ਭਾਰਤ ਵਿੱਚ ਕਿਸਾਨਾਂ ਦੀ ਆ ਜੀ, ਤੇ ਕਿਸਾਨਾਂ ਦੇ ਨਾਲ ਇਹ ਸਿਰਫ ਇਲੈਕਸ਼ਨ ਵਾਅਦੇ ਹੀ ਕਰਦੇ ਨੇ। ਜਿਹੜੀ ਗੱਲ ਤੁਸੀਂ ਕੀਤੀ ਆ ਵੀ ਸਰਕਾਰ ਬਦਲੀ ਆ, ਜਿਸ ਤਰ੍ਹਾਂ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰੀਏ ਜੀ, ਵੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਦਲੀ ਜੀ, 2017 ਦੇ ਵਿੱਚ ਵੀ ਉਹਦੇ ਨਾਲ ਕੋਈ ਕਿਸਾਨਾਂ ਨੂੰ ਫਾਇਦਾ ਹੋਇਆ? ਹਾਂਜੀ, ਕੋਈ ਫਾਇਦਾ ਨਹੀਂ ਹੋਇਆ। ਫਾਇਦਾ ਕੀ ਹੋਇਆ ਉਹਦੀ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਇਹ ਪਹਿਲਾਂ ਨਾਲੋਂ ਵੀ ਜਿਹੜਾ ਉਹ ਬੁਰਾ ਹਾਲ ਹੋ ਗਿਆ, ਬੁਰਾ ਹਾਲ ਹੋ ਗਿਆ, ਜਿਹਦੀ ਮੈਂ ਤੁਹਾਨੂੰ ਮਿਸਾਲ ਦਿੰਦਾ ਜੀ। ਆਪਾਂ ਗੱਲ ਉਹ ਹੁੰਦੀ ਹੈ ਕਿ ਜਿਹੜੀ ਤੱਥਾਂ ਦੇ ਆਧਾਰ ਤੇ ਕਰੀਏ। ਬਿਲਕੁਲ ਹੈ, ਬਿਲਕੁਲ ਹੈ। ਪਿਛਲੀ ਸਰਕਾਰ ਦੇ ਸਮੇਂ ਵੀ ਸਾਨੂੰ ਗੰਨੇ ਦੀ ਪੇਮੈਂਟ ਜਿਹੜੀ ਆ ਉਹ ਸਮੇਂ ਸਿਰ ਨਹੀਂ ਹੁੰਦੀ ਰਹੀ, ਔਰ ਮੈਂ ਉਹਦੇ ਸੰਬੰਧ ਵਿੱਚ ਜਿਹੜੇ ਸੀ 2011 ਤੋਂ ਲੈ ਕੇ ਕੋਰਟ ਕੇਸ ਕੀਤੇ ਨੇ। ਹਾਈ ਕੋਰਟ 'ਚ ਮੇਰੇ ਕੇਸ ਚੱਲ ਰਹੇ ਨੇ, ਅੱਜ ਵੀ ਚੱਲ ਰਿਹਾ, ਜਿਹਦੀ ਹੁਣ ਆ 21 ਜਨਵਰੀ ਤਰੀਕ ਹੈ ਜੀ। ਇਹਨਾਂ ਵੱਲੋਂ ਪੇਮੈਂਟਾਂ ਸਾਡੀਆਂ ਨਾ ਕਰਨ ਦੇ ਕਾਰਨ ਜਿਹੜਾ ਸੀ ਅਸੀਂ ਕੋਰਟ 'ਚ ਕੇਸ ਕੀਤਾ ਜੀ। 2011-12 ਦੇ ਬਕਾਇਦਾ ਕੇਸ ਕੀਤਾ ਤੇ ਉਦੋਂ ਸਾਨੂੰ ਜਿਹੜਾ ਸੀ ਉਹ 15% ਵਿਆਜ ਜਿਹੜਾ ਸੀ ਮਿਲ ਗਿਆ। ਬਕਾਇਆ ਸਭ ਕਿੰਨਾ ਹੈਗਾ ਜਿਹੜਾ ਪ੍ਰਾਈਵੇਟ ਤੇ ਸਰਕਾਰੀ ਵੱਲ ਹੈਗਾ ਜਿਹੜਾ? ਇਹ ਬਹੁਤ ਜ਼ਿਆਦਾ ਜੀ, ਸੈਂਕੜੇ ਕਰੋੜ ਜੀ। ਅੱਜ ਵੀ ਜਿਹੜਾ ਹੈ ਜੀ ਉਹ 300 ਕਰੋੜ ਤੋਂ ਉੱਤੇ ਜਿਹੜਾ ਬਕਾਇਆ ਪਿਛਲੇ ਸਾਲ ਦਾ ਅਜੇ ਖਲੋਤਾ ਹੈ ਜੀ। ਜਿਹੜਾ ਅਸੀਂ ਧਰਨਾ ਲਾਇਆ ਸੀ ਫਗਵਾੜੇ ਜੀ ਜੀ ਜੀ, ਉਸ ਧਰਨਾ ਲਾਉਣ ਤੋਂ ਬਾਅਦ ਵੀ ਉੱਥੇ ਜਦੋਂ ਅਸੀਂ ਧਰਨਾ ਲਾਇਆ, ਤੁਹਾਡੇ ਸਾਹਮਣੇ ਜਿਹੜਾ ਮੇਨ ਹਾਈਵੇ ਜਿਹੜਾ ਅੰਮ੍ਰਿਤਸਰ ਦਿੱਲੀ ਹਾਈਵੇ ਰੋਡ ਜਿਹੜਾ ਉਹ ਜਾਮ ਕੀਤਾ। ਉਸ ਤੋਂ ਪਹਿਲਾਂ ਅਸੀਂ ਇਧਰ ਦਸੂਹਾ ਮਕੇਰੀਆਂ, ਉਧਰ ਜਿਹੜਾ ਰੇਲਵੇ ਟਰੈਕ ਵੀ ਰੋਕੇ ਗਏ, ਜੀਟੀ ਰੋਡ ਵੀ ਰੋਕਿਆ ਤੇ ਉੱਥੇ ਇਹਨਾਂ ਨੇ ਵਾਅਦੇ ਕੀਤੇ। ਪਰ ਇਹ ਸਰਕਾਰ ਨੇ ਜਿਹੜਾ ਸੀ ਸਿਰਫ ਇੱਕ ਵਾਅਦਾ ਹੀ ਕੀਤਾ ਹੈ ਸਾਡੇ ਨਾਲ, ਕੀਤਾ ਕੁਛ ਨਹੀਂ। ਉਹ ਸਾਨੂੰ ਇਹ ਗੱਲ ਕਹੀ ਸੀ ਕਿ ਇੱਕ ਹਫ਼ਤੇ ਦੇ ਅੰਦਰ ਜਿਹੜਾ ਹੈ ਉਹ ਤੁਹਾਨੂੰ ਪਿਛਲੇ ਸਾਲ ਦਾ ਜਿਹੜਾ ਬਕਾਇਆ ਜਿਹੜਾ ਉਹ ਤੁਹਾਨੂੰ ਮਿਲ ਜਾਏਗਾ। ਲੇਕਿਨ ਮਹੀਨੇ ਤੋਂ ਉੱਤੇ ਸਮਾਂ ਲੰਘ ਗਿਆ, ਅਜੇ ਤੱਕ ਸਾਨੂੰ ਜਿਹੜਾ ਉਹ ਬਕਾਇਆ ਨਹੀਂ ਮਿਲਿਆ ਜੀ। 2 ਮਹੀਨੇ ਹੋ ਚੱਲੇ ਨੇ ਹਾਂਜੀ। ਨਾ ਹੀ ਤੁਹਾਨੂੰ ਹੋਰ ਇੱਕ ਅਜੀਬ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੇ ਆ ਜੀ ਕਿ ਧਰਨਾ ਤੇ ਅਸੀਂ ਲਾਇਆ ਹਾਂਜੀ ਵੀ ਸਾਨੂੰ ਪਿਛਲੇ ਸਾਲ ਦਾ ਜਿਹੜਾ ਉਹ ਬਕਾਇਆ ਨਹੀਂ ਦਿੱਤਾ ਜਾ ਰਿਹਾ ਹਾਂਜੀ, ਸਾਡੀਆਂ ਮਿੱਲਾਂ ਚਲਾਈਆਂ ਜਾਣ ਹਾਂਜੀ, ਪਿਛਲੇ ਸਾਲ ਨੂੰ ਸਾਡਾ ਗੰਨਾ ਜਿਹੜਾ ਉਹ ਵਧਿਆ ਜੀ ਤੇ ਇਹ ਮਿੱਲਾਂ ਚੱਲਣ ਤੇ ਸਾਡਾ ਗੰਨਾ ਤਾਂ ਪੀੜਿਆ ਜਾਵੇਗਾ ਟਾਈਮ ਨਾਲ ਹਾਂਜੀ। ਅਸੀਂ ਧਰਨਾ ਲਾਇਆ ਪਰ ਪ੍ਰਾਈਵੇਟ ਮਿੱਲਾਂ ਵਾਲਿਆਂ ਨੇ ਕਹਿਤਾ ਕਿ ਅਸੀਂ ਤੇ ਮਿੱਲਾਂ ਹੀ ਨਹੀਂ ਚਲਾਉਣੀਆਂ। ਅੱਛਾ, ਸਾਡਾ ਜਿਹੜਾ ਗੰਨੇ ਦਾ ਰੇਟ ਜਿਹੜਾ ਉਹ ਤੁਸੀਂ ਜਿਹੜਾ ਇਹਨੂੰ ਘਟਾਓ ਜੀ। ਉੱਥੇ ਫਿਰ ਸਰਕਾਰ ਨੇ 25 ਰੁਪਏ ਪ੍ਰਾਈਵੇਟ ਮਿੱਲਾਂ ਨੂੰ ਜਿਹੜੇ ਨੇ ਉਹ ਦੇਣੇ ਕਰਨੇ ਮੰਨੇ ਆ ਜੀ। ਅਸੀਂ ਗੱਲ ਕਰ ਰਹੇ ਹਾਂ ਕਿ ਸਾਡਾ ਰੇਟ ਵਧਾਇਆ ਜਾਵੇ, ਸਾਡਾ ਰੇਟ ਤਾਂ 310 ਹੀ ਰਿਹਾ, ਲੇਕਿਨ ਪ੍ਰਾਈਵੇਟ ਮਿੱਲਾਂ ਨੂੰ 25 ਰੁਪਏ ਪਰ ਕੁਆਂਟਲ ਦੇ ਹਿਸਾਬ ਨਾਲ ਸਰਕਾਰ ਨੇ ਜਿਹੜੇ ਨੇ ਉਹ ਦੇਣੇ ਮੰਨ ਲਏ। ਇਹੋ ਵੱਡੀ ਅੜਾਉਣੀ ਪਾਈ ਸੀ ਉਹਨਾਂ ਨੇ, ਉਹ ਲੈ ਗਏ। ਧਰਨਾ ਅਸੀਂ ਲਾਇਆ ਤੇ 25 ਰੁਪਏ ਕੁਆਂਟਲ ਦੇ ਉਹ ਲੈ ਗਏ। ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਡਾ ਜਿਹੜੀ ਪੁਰਾਣੀ ਪੇਮੈਂਟ ਆ ਉਹ ਦੇ ਦਾਂਗੇ ਤੇ ਜੇ ਅਸੀਂ ਇਹਨਾਂ ਨੂੰ 25 ਰੁਪਏ ਇਹ ਨਹੀਂ ਦਿੰਦੇ ਤੇ ਇਹ ਮਿੱਲਾਂ ਨਹੀਂ ਚਲਾਉਂਦੇ ਤੇ ਗੰਨਾ ਨਹੀਂ ਤੁਹਾਡਾ ਪੀੜਿਆ ਜਾਣਾ। ਸਾਡੇ ਵਿੱਚੋਂ ਕੁਝ ਕਿਸਾਨ ਐਸੇ ਕਿ ਜਿਹੜੇ ਉਹ ਵਿਚਾਰੇ ਮਤਲਬ ਕਿ ਉਹਨਾਂ ਨੂੰ ਦੂਰ ਅੰਦੇਸ਼ੀ ਇਹਨਾਂ ਦੀਆਂ ਪਾਲਿਸੀਆਂ ਦਾ ਪਤਾ ਨਹੀਂ ਵੀ ਇਹ ਸਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਲੈਕਮੇਲ ਕਰ ਰਹੇ ਨੇ। ਲੇਕਿਨ ਉੱਥੇ ਸਾਡੇ ਕੁਝ ਬੰਦੇ ਜਿਹੜੇ ਅਸੀਂ ਮੀਟਿੰਗ ਵੀ ਸਾਡੀ ਹੋਈ, ਉਸ ਮੀਟਿੰਗ ਦੇ ਵਿੱਚ ਮੈਂ ਇਸ ਚੀਜ਼ ਦਾ ਰੌਲਾ ਵੀ ਪਾਇਆ ਵੀ ਧਰਨਾ ਅਸੀਂ ਲਾਇਆ 25 ਰੁਪਏ ਇਹ ਲੈ ਰਹੇ ਨੇ ਤੇ ਪੈਸੇ ਵੀ ਸਾਨੂੰ ਪੇਮੈਂਟ ਵੀ ਅਜੇ ਨਹੀਂ ਮਿਲੀ ਤੇ ਇਹ ਆਪਾਂ ਇਸ ਤਰ੍ਹਾਂ ਨਾ ਕਰੀਏ। ਉਦੋਂ ਵਾਅਦਾ ਕੀ ਹੋਇਆ ਸੀਗਾ ਕਿੰਨੇ ਦਿਨਾਂ ਬਾਅਦ ਪੈਸਾ ਮਿਲ ਜਾਏਗਾ? ਉਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਕਿ 1 ਹਫ਼ਤੇ ਦੇ ਅੰਦਰ ਤੁਹਾਨੂੰ ਜਿਹੜੇ ਨੇ ਉਹ ਪੈਸੇ ਮਿਲ ਜਾਣਗੇ।
ਸਰਕਾਰ ਵੱਲੋਂ ਜਿਹੜਾ 200 ਕਰੋੜ ਰੁਪਏ 200 ਤੇ 30 ਕਰੋੜ ਰੁਪਏ ਸਰਕਾਰ ਵੱਲ ਸੀ ਬਕਾਇਆ। ਕਿੰਨੇ ਹਫ਼ਤੇ ਬੀਤ ਗਏ ਹੁਣ ਤਾਂ ਤੁਸੀਂ ਵੇਖੋ ਵੀ ਮਹੀਨੇ ਬੀਤ ਗਏ ਨੇ, ਹਫ਼ਤੇ ਥੋੜੇ ਆ, ਹੁਣ ਤਾਂ ਮਹੀਨੇ ਬੀਤ ਗਏ ਨੇ, ਜੀ। ਅਜੇ ਕਦ ਪੈਸਾ ਨਹੀਂ। ਤੇ ਜਿਹੜਾ ਹੈਗਾ ਸੀ ਪ੍ਰਾਈਵੇਟ ਦਾ, ਉਹ ਇਹਨਾਂ ਨੇ ਕਿਹਾ ਸੀ ਵੀ ਉਹ 15 ਦਿਨਾਂ ਦੇ ਅੰਦਰ ਅੰਦਰ ਉਹ ਵੀ ਤੁਹਾਨੂੰ ਮਿਲ ਜਾਏਗਾ ਜੀ। ਨਾ ਤਾਂ ਪ੍ਰਾਈਵੇਟ ਨੇ ਸਾਨੂੰ ਅਜੇ ਤੱਕ ਪੈਸਾ ਦਿੱਤਾ ਜੀ ਤੇ ਨਾ ਹੋਰ ਦਿੱਤਾ। ਔਰ ਇਹਦੇ ਵਿੱਚ ਗਿੱਲ ਸਾਹਿਬ ਇੱਕ ਹੋਰ ਗੰਨੇ ਦੇ ਸੰਬੰਧ ਨਾਲ ਹਾਂਜੀ ਮੈਂ ਤੁਹਾਨੂੰ ਇੱਕ ਕਿਸਾਨਾਂ ਦੀ ਕਿਸ ਤਰੀਕੇ ਨਾਲ ਲੁੱਟ ਹੋ ਰਹੀ ਆ ਜੀ ਉਹ ਮੈਂ ਤੁਹਾਨੂੰ ਦੱਸਣੀ ਚਾਹੁੰਦਾ। ਜੀ 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 ਜ਼ਰੂਰ। ਕੀ ਹੈ ਕਿ ਇਸ ਟਾਈਮ ਦੇ ਉੱਤੇ ਜਿਹੜਾ ਕਿਸਾਨਾਂ ਨੇ ਜੋ ਗੰਨਾ ਬੀਜਿਆ ਜੀ ਉਹਦਾ ਇਹਨਾਂ ਨੇ ਜਿਸ ਤਰ੍ਹਾਂ ਗੁਰਦਾਸਪੁਰ ਤੇ ਪਠਾਨਕੋਟ ਦੋ ਜਿਹੜੇ ਜ਼ਿਲ੍ਹੇ ਨੇ ਹਾਂਜੀ ਉਹਨਾਂ ਦੇ ਵਿੱਚ ਜਿਹੜਾ ਗੰਨੇ ਦੀ ਕਾਸ਼ਤ ਵੱਧ ਹੁੰਦੀ ਆ ਤੇ ਉੱਥੇ ਮਿੱਲਾਂ ਦੀ ਜਿਹੜੀ ਪ੍ਰਾਈਵੇਟ ਜਿਹੜੀਆਂ ਸਰਕਾਰੀ ਮਿੱਲਾਂ ਨੇ ਉਹਨਾਂ ਦੀ ਪੀੜਨ ਦੀ ਜਿਹੜੀ ਕਪੈਸਿਟੀ ਉਹ ਬਹੁਤ ਘੱਟ ਹੈ। ਉੱਥੋਂ ਇਹਨਾਂ ਨੇ 4000 ਕਿਸਾਨਾਂ ਦਾ ਜਿਹੜਾ ਗੰਨਾ ਸੀ ਜੀ ਉਹ ਇਹਨਾਂ ਨੇ ਜਿਹੜਾ ਸੀ ਪ੍ਰਾਈਵੇਟ ਮਿੱਲਾਂ ਨੂੰ ਅਲਾਟ ਕੀਤਾ। ਜੀ ਕੀੜੀ, ਦਸੂਹਾ ਜੀ ਤੇ ਰਾਣਾ ਸ਼ੂਗਰ ਮਿਲ। ਜੀ ਉਹ ਕਿਸਾਨਾਂ ਨੂੰ ਜਦੋਂ ਇਹਨਾਂ ਨੇ ਕੀਤਾ ਤੇ ਇਹਨਾਂ ਕਿਸਾਨ ਉੱਥੇ ਜਦੋਂ ਗਏ ਵੀ ਸਾਡਾ ਗੰਨਾ ਜਿਹੜਾ ਇੱਕ ਇਹਨਾਂ ਨੇ ਹੋਰ ਗਲਤ ਫੈਸਲਾ ਕੀਤਾ। ਹਾਂਜੀ ਜਿਹੜਾ ਕੇਨ ਕਮਿਸ਼ਨ ਸੀ ਹਾਂਜੀ ਉਹਨੇ ਕੀ ਕੀਤਾ ਕਿ ਜਿਹੜੇ ਪਿੰਡਾਂ ਦੇ ਹਿਸਾਬ ਨਾਲ ਪਿੰਡ ਜਿਹੜੇ ਸੀ ਉਹ ਅਲਾਟ ਕਰ ਦਿੱਤੇ ਹਾਂਜੀ ਵੀ ਐਸ ਪਿੰਡ ਦਾ ਜਿਸ ਤਰ੍ਹਾਂ ਕਿ ਮੇਰਾ ਪਿੰਡ ਖਾਨਵਾਲ ਹੈ ਹਾਂਜੀ। ਤੇ ਖਾਨਵਾਲ ਦੀ ਜਿਹੜਾ ਹੈ ਉਹ ਰਾਣਾ ਸ਼ੂਗਰ ਮਿਲ ਨੂੰ ਜਿਹੜਾ ਸੀ ਅਲਾਟ ਕਰਤਾ। ਇਸੇ ਤਰ੍ਹਾਂ ਲਾਗੇ ਸਾਰੰਗ ਦੇ ਪਿੰਡ ਹੈ, ਸਾਰੰਗ ਦੇ ਜਿਹੜਾ ਸੀ ਉਹ ਦਸੂਹੇ ਨੂੰ ਕਰਤਾ। ਇਸੇ ਤਰ੍ਹਾਂ ਕੀੜੀ ਨੂੰ ਕਰਤਾ। ਲੇਕਿਨ ਉਹਨਾਂ ਪਿੰਡਾਂ ਦੇ ਵਿੱਚੋਂ ਪਹਿਲਾਂ ਜਿਹੜੇ ਸੀ ਸਹਿਕਾਰੀ ਮਿੱਲਾਂ ਦੇ ਵਿੱਚ ਕੁਝ ਕਿਸਾਨ ਜਾਂਦੇ ਸੀ ਜੀ ਉਹਨਾਂ ਦਾ ਗੰਨਾ ਵੀ ਜਿਹੜਾ ਸੀ ਉਹਨਾਂ ਨੂੰ ਵੀ ਉਧਰ ਧੱਕ ਦਿੱਤਾ। ਹੁਣ ਉਹਨਾਂ ਵਿਚਾਰਿਆਂ ਦਾ ਅਜੇ ਤੱਕ ਗੰਨਾ ਹੀ ਵੰਡ ਨਹੀਂ ਹੋਇਆ। ਅੱਛਾ ਜੀ ਅਜੇ ਤੱਕ ਗੰਨਾ ਵੰਡ ਨਹੀਂ ਉਹਨਾਂ ਦਾ। ਉਹ ਹੁਣ ਜੇ ਤਾਂ ਜਾਂਦੇ ਆ ਰਾਣਾ ਮਿੱਲ 'ਚ ਉਹ ਕਹਿੰਦੇ ਆ ਸਾਡੇ ਕੋਲ ਨਹੀਂ ਤੁਹਾਡਾ। ਜੇ ਜਾਂਦੇ ਨੇ ਕੀੜੀ ਮਿਰਚ ਉਹ ਕਹਿੰਦੇ ਸਾਡੇ ਕੋਲ ਨਹੀਂ ਤੁਹਾਡਾ, ਗੰਨਾ ਹੀ ਨਹੀਂ ਵੰਡ ਨਹੀਂ ਹੈਗਾ। ਕੀ ਹੋ ਰਿਹਾ ਹੈ ਕਿ ਜਿਹੜੇ ਮਿੱਲਾਂ ਦੇ ਵਿੱਚ ਮਿੱਲਾਂ ਪ੍ਰਾਈਵੇਟ ਮਿੱਲਾਂ ਨੇ ਦਲਾਲ ਰੱਖੇ ਨੇ, ਉਹਨਾਂ ਦੇ ਚਹੇਤੇ ਬੰਦੇ ਨੇ, ਉਹਨਾਂ ਦਾ ਆਪਣਾ ਗੰਨਾ ਨਹੀਂ, ਉਹਨਾਂ ਨੂੰ 10-10 ਪਰਚੀਆਂ ਰੋਜ਼ ਦੀਆਂ ਮਿਲ ਰਹੀਆਂ ਨੇ ਜੀ। ਉਹ ਫਿਰ ਜਿਹੜੇ ਕਿਸਾਨਾਂ ਦਾ ਗੰਨਾ ਵੰਡ ਰਹੇ ਉਹਨਾਂ ਕਿਸਾਨਾਂ ਉਹ ਜਿਹੜਾ ਕਿਸਾਨ ਹੈ ਉਹ ਸਰਵੇਅਰ ਕੋਲੇ ਜਾਂਦਾ ਹੈ ਵੀ ਯਾਰ ਮੈਨੂੰ ਕਿਸੇ ਤਰੀਕੇ ਨਾਲ ਪਰਚੀ ਤੇ ਦਿਓ ਕੋਈ। ਉਹ ਕਹਿੰਦਾ ਵੀ ਤੂੰ ਫਲਾਣੇ ਬੰਦੇ ਕੋਲ ਚਲਾ ਜਾ ਜੀ, ਉੱਥੋਂ ਤੈਨੂੰ ਪਰਚੀ ਜਿਹੜੀ ਮਿਲ ਜਾਏਗੀ। ਉਹ ਉਹਦੇ ਕੋਲ ਜਾਂਦਾ ਹੈ। ਉਹ ਜਦੋਂ ਜਾਂਦਾ ਹੈ ਤੇ ਉਹ ਕਹਿੰਦਾ ਵੀ ਭਾਈ ਤੈਨੂੰ ਪਰਚੀ ਤਾਂ ਮਿਲਣੀ ਆ, ਤੈਨੂੰ ਰੇਟ ਮਿਲੂਗਾ 250 ਰੁਪਏ ਦਾ ਜੀ। ਹੁਣ 310 ਤੇ 15 ਰੁਪਏ ਰੇਟ ਹੈ ਗੰਨੇ ਦਾ। ਉੱਥੇ ਉਹਦਾ 65 ਰੁਪਏ ਤੋਂ 70 ਰੁਪਏ ਪਰ ਕੁਆਂਟਲ ਦੇ ਹਿਸਾਬ ਨਾਲ ਉਹਨੂੰ ਘੱਟ ਰੇਟ ਦੇ ਕੇ ਤੇ ਉਹਦੇ ਕੋਲੋਂ ਜਿਹੜਾ ਉਹਨੂੰ ਪਰਚੀ ਦਿੱਤੀ ਜਾਂਦੀ ਹੈ ਜੀ। ਤੇ ਫਿਰ ਪੈਸੇ ਵੀ ਉਹਨੂੰ ਆਪਣੀ ਮਰਜ਼ੀ ਨਾਲ ਦਿੰਦੇ ਆ ਜੀ। ਕਈਆਂ ਦੇ ਤਾਂ ਪੈਸੇ ਸਾਲਮ ਪਰਚੀ ਦੇ ਉਹਨਾਂ ਦੇ ਵਿਚਾਰਿਆਂ ਦੇ ਖਤਮ ਹੋ ਜਾਂਦੇ ਨੇ। ਸੋ ਕਿਸਾਨਾਂ ਦੀ ਗੰਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਲੁੱਟ ਹੋ ਰਹੀ। ਪੈਸੇ ਨਾ ਦੇਣ ਦਾ ਮੁੱਖ ਤੌਰ ਦੇ ਉੱਤੇ ਕਾਰਨ ਕੀ ਹੈਗਾ ਆ? ਪ੍ਰਾਈਵੇਟ ਮਿੱਲਾਂ ਕਿਉਂ ਨਹੀਂ ਪੈਸੇ ਦਿੰਦੀਆਂ, ਸਰਕਾਰੀ ਮਿੱਲਾਂ ਕਿਉਂ ਨਹੀਂ ਪੈਸੇ ਦਿੰਦੀਆਂ? ਕਾਰਨ ਦੱਸ ਰਹੀਆਂ ਕਿ ਪੈਸੇ ਕਿਉਂ ਨਹੀਂ ਦੇ ਰਹੇ ਅਸੀਂ। ਦੇਖੋ ਗੱਲ ਇਹ ਹੈ ਰੂਲ ਦੇ ਮੁਤਾਬਕ ਕੀ ਹੈ ਕਿ ਜਿਹੜਾ ਗੰਨਾ ਤੁਸੀਂ ਅੱਜ ਤਲਵਾਇਆ ਹੈ ਨਾ ਜੀ, ਉਹ 14 ਦਿਨ ਦੇ ਅੰਦਰ ਅੰਦਰ ਮਿਲ ਨੇ ਕਿਸਾਨ ਨੂੰ ਪੇਮੈਂਟ ਕਰਨੀ ਹੈ ਜੀ। ਇਹ ਜਦੋਂ ਕਿਸਾਨ ਨੂੰ ਪੇਮੈਂਟ ਨਹੀਂ ਕਰਦੇ ਤੇ ਉਹਦਾ ਜਿਹੜਾ ਵਿਆਜ ਹੈ ਉਹ ਕਿੰਨਾ ਬਣਦਾ? ਉਸ ਵਿਆਜ ਦਾ ਇਹਨਾਂ ਨੂੰ ਫਾਇਦਾ ਹੁੰਦਾ। ਹੁਣ ਕਿਸਾਨ ਨੂੰ ਤੇ ਇਹ ਕਿਸਾਨ ਦੀ ਕਿਤੇ ਕੋਈ ਪਹੁੰਚ ਨਹੀਂ, ਨਾ ਤਾਂ ਕਿਸਾਨ ਦੀ ਗੱਲ ਸਰਕਾਰ ਸੁਣਦੀ ਹੈ। ਇਹ ਨਾ ਮਿਲਣ ਕਰਕੇ ਕਿਸਾਨ ਕਰਜ਼ਈ ਹੋ ਰਿਹਾ। ਉਹ ਆਪਣੀ ਸਮੇਂ ਤੇ ਲਿਮਿਟ ਦਾ ਜਿਹੜਾ ਵਿਆਜ ਆ ਉਹ ਨਹੀਂ ਦੇ ਪਾਉਂਦਾ, ਜਾਂ ਹੋਰ ਆਪਣੀਆਂ ਜਿਹੜੀਆਂ ਜਿੱਥੋਂ ਨੇ ਪੈਸੇ ਫੜੇ ਉੱਥੇ ਨਹੀਂ ਦੇ ਪਾਉਂਦਾ, ਉਹਦੇ ਸਿਰ ਤੇ ਹੋਰ ਕਰਜ਼ਾ ਚੜੀ ਜਾ ਰਿਹਾ। ਇਹਦੇ ਨਾਲ ਹੋਰ ਚੀਜ਼ ਹੈ ਜੀ। ਗਿੱਲ ਸਾਹਿਬ ਜਿਹੜਾ ਹੁਣ ਮੈਂ ਮੰਨ ਲਓ ਕਿ ਮੇਰਾ ਗੰਨਾ ਜਿਹੜਾ ਹੈ ਅੱਜ ਮਿਲ ਬੰਦ ਹੋ ਗਈ ਹੈ। ਹਾਂਜੀ। ਤੇ ਮੇਰਾ 5 ਲੱਖ ਦਾ ਜਿਹੜਾ ਗੰਨਾ ਹੈ ਉਹ ਮਿਲ ਵੱਲ ਬਕਾਇਆ ਹੈ ਜੀ। 5 ਲੱਖ ਰੁਪਇਆ ਮੈਂ ਮਿਲ ਕੋ ਲੈਣਾ ਹੈ। ਮਿਲ ਕੀ ਕਰਦੀ ਆ ਕਿ ਮਿਲ ਮੈਨੂੰ 10-10 20-20 50-50 ਹਜ਼ਾਰ ਰੁਪਇਆ ਦਿੰਦੀ ਆ। ਉਹ ਪੈਸਾ ਜਦੋਂ ਮੇਰੇ ਕੋਲ ਆਉਂਦਾ ਹੈ ਤੇ ਉਹ ਮੇਰਾ ਜਿੱਥੇ ਮੈਂ ਲਾਉਣਾ ਉੱਥੇ ਮੈਂ ਨਾ ਤਾਂ ਬੈਂਕ ਦੀ ਲਿਮਟ ਤਾਰ ਸਕਦਾ, ਨਾ ਮੈਂ ਆੜਤੀ ਦਾ ਜਿਹੜਾ ਉਹ ਦੇ ਸਕਦਾ, ਨਾ ਜੇ ਕਿਸੇ ਸ਼ਾਹੂਕਾਰ ਕੋਲ ਜਾਂ ਕਿਸੇ ਰਿਸ਼ਤੇਦਾਰ ਕੋਲ ਫੜੇ ਨੇ ਮੈਂ ਉਹ ਵੀ ਨਹੀਂ ਦੇ ਸਕਦਾ। ਉਹ ਜਿਹੜਾ ਪੈਸਾ ਹੈ ਮੇਰਾ ਇਸ ਤਰ੍ਹਾਂ ਖਤਮ ਹੋ ਜਾਂਦਾ ਹੈ। ਤੇ ਜਿਹੜਾ ਮੈਂ ਕਰਜ਼ਾ ਲਿਆ ਹੈ ਜਾਂ ਲਿਮਟ ਹੈ ਜਾਂ ਕਿਸੇ ਹੋਰ ਕੋਲੋਂ ਲਏ ਨੇ ਉਹ ਪੈਸੇ ਮੇਰੇ ਦਿੱਤੇ ਨਹੀਂ ਜਾਂਦੇ ਤੇ ਮੇਰਾ ਜਿਹੜਾ ਪੈਸਾ ਮੇਰੇ ਤੇ ਜਿਹੜਾ ਉਹ ਕਰਜ਼ੇ ਦੀ ਬੋਝ ਦੀ ਜਿਹੜੀ ਮਤਲਬ ਕਿ ਪੰਡ ਹੈ ਉਹ ਮੇਰੇ ਤੇ ਵੱਧਦੀ ਜਾ ਰਹੀ ਹੈ। ਇਹ ਬਹੁਤ ਵੱਡਾ ਇੱਕ ਕਿਸਾਨ ਦੀ ਇੱਕ ਤਰਾਸਦੀ ਹੈ। ਬਹੁਤ ਵੱਡਾ ਕਿਸਾਨ ਨਾਲ ਇੱਕ ਜ਼ਿਆਦਤੀ ਤੇ ਧੱਕਾ ਹੋ ਰਿਹਾ ਹੈ। ਜੀ।
ਜੀ। ਇਸ ਦੇ ਨਾਲ ਫਿਰ ਖੁਦਕੁਸ਼ੀਆਂ ਦਾ ਦੌਰ ਜਿਹੜਾ ਆ ਉਹ ਵੀ ਬੜਾ ਜ਼ਿਆਦਾ ਵੱਧ ਰਿਹਾ ਆ। ਗੱਲ ਕਰੀਏ ਸਮੁੱਚੇ ਪੰਜਾਬ ਦੀ ਗੱਲ ਕਰੀਏ ਤਾਂ ਸਾਡਾ ਦੁਖਾਂਤ ਆ ਇੱਕ, ਤੇ ਖਾਸ ਤੌਰ ਦੇ ਉੱਤੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਂ ਕਈ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਕਿਸਾਨ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਗਏ ਆ, ਤੇ ਹੁਣ ਉਹਨਾਂ ਦੇ ਪਰਿਵਾਰ ਦਾ ਜਿਹੜਾ ਜੀਣਾ ਆ ਉਹ ਵੀ ਬੜਾ ਮੁਸ਼ਕਿਲ ਹੈ, ਬੜੀ ਮੁਸ਼ਕਿਲ ਨਾਲ ਗੁਜ਼ਾਰਾ ਜਿਹੜਾ ਚੱਲਦਾ ਪਿਆ ਆ। ਤੇ ਕੀ ਜਿਹੜੇ ਪਰਿਵਾਰ ਦੇ ਵਿੱਚੋਂ ਕੋਈ ਖੁਦਕੁਸ਼ੀ ਕਰ ਜਾਂਦਾ ਆ, ਸਰਕਾਰ ਦੀ ਕੋਈ ਅਜਿਹੀ ਸਕੀਮ ਹੈਗੀ ਆ ਕਿ ਉਸ ਦਾ ਕਰਜ਼ਾ ਮਾਫ ਕਰ ਦਿੱਤਾ ਜਾਵੇ, ਜਾਂ ਉਹਦਾ ਜਿਹੜਾ ਪੈਸਾ ਆ ਉਹ ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਜਿਸ ਤਰੀਕੇ ਨਾਲ ਉਹ ਸੌਖਾ ਦੇ ਸਕਣ ਉਸ ਤਰੀਕੇ ਨਾਲ ਲਿਆ ਜਾਵੇ, ਜਾਂ ਫਿਰ ਜੋ ਕਟੀਰੀਆ ਇੱਕ ਕਿਸਾਨ ਜਿਹੜਾ ਕਰਜ਼ਾ ਲੈਂਦਾ ਆ ਉਸ ਦੇ ਜਿਉਂਦਿਆਂ ਸੀਗਾ ਉਹੀ ਗਾਂ ਉਹਦੇ ਬੱਚਿਆਂ ਤੇ ਜਾਂ ਉਹਦੀ ਪਤਨੀ ਦੇ ਉੱਤੇ ਲਾਗੂ ਹੁੰਦਾ ਆ? ਕਿਉਂਕਿ ਹੁਣ ਜੇ ਰਾਜਸਥਾਨ ਦੇ ਵਿੱਚ ਸਰਕਾਰ ਨੇ ਐਲਾਨ ਕੀਤਾ ਆ ਕਿ ਜਿਹੜਾ ਕਿਸਾਨ ਖੁਦਕੁਸ਼ੀ ਕਰ ਗਿਆ ਉਸ ਦਾ ਕਰਜ਼ਾ ਮਾਫ ਅਸੀਂ ਕਰ ਦੇਵਾਂਗੇ। ਪੰਜਾਬ ਦੇ ਵਿੱਚ ਕਿਵੇਂ ਤੁਸੀਂ ਇਸ ਚੀਜ਼ ਨੂੰ ਦੇਖ ਰਹੇ ਹੋ? ਗਿੱਲ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਰਾਂਗਾ ਜੀ ਵੀ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕਿਉਂ ਕੀਤਾ ਜਾਂਦਾ ਹੈ? ਜਦੋਂ ਖੁਦਕੁਸ਼ੀ ਕਰ ਲੈ ਜੀ, ਉਹਨੇ ਖੁਦਕੁਸ਼ੀ ਕਰ ਲਿਆ, ਪਰਿਵਾਰ ਦਾ ਮੁਖੀ ਆ, ਉਹਨੇ ਖੁਦਕੁਸ਼ੀ ਕਰ ਲਈ ਜੀ, ਉਸ ਪਰਿਵਾਰ ਦੀ ਹਾਲਤ ਕੀ ਆ? ਉਹਦੀ ਧਰਮ ਪਤਨੀ, ਜੀ, ਉਸਦੇ ਬੱਚੇ, ਬੇਟੇ, ਬੇਟੀਆਂ, ਉਹਨਾਂ ਦੀ ਕੀ ਹਾਲਤ ਹੈ? ਜੀ, ਉਸ ਟਾਈਮ ਤੇ ਜਦੋਂ ਉਹ ਘਰ ਦੇ ਮੁਖੀ ਦੀ ਮੌਤ ਹੋ ਜਾਂਦੀ ਆ ਤੇ ਉਸ ਪਰਿਵਾਰ ਦੇ ਉੱਤੇ ਜਦੋਂ ਉਹ ਦੁੱਖਾਂ ਦਾ ਪਹਾੜ ਟੁੱਟਦਾ, ਉਸ ਪਰਿਵਾਰ ਨੂੰ ਪਤਾ ਹੁੰਦਾ। ਮੇਰੀ ਪਹਿਲੀ ਗੱਲ ਤੇ ਇਹ ਹੈ ਕਿ ਇੱਥੋਂ ਤੱਕ ਨੌਬਤ ਕਿਉਂ ਜਾਂਦੀ ਆ? ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜਾ ਕਿਸਾਨ ਹੈ ਦਿਨ ਪ੍ਰਤੀ ਦਿਨ ਕਰਜ਼ਾਈ ਕਿਉਂ ਹੋ ਰਿਹਾ ਹੈ, ਉਹਨਾਂ ਕਰਜ਼ਾ ਮੁਕਤ ਕਰ ਦੇਣ। ਜਿਹੜਾ ਕਿਸਾਨ ਦਾ ਕਰਜ਼ਾ ਉਹਦੇ ਮਰਨ ਤੋਂ ਬਾਅਦ, ਉਹਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਹਦਾ ਕਰਜ਼ਾ ਲਾਹ ਦੇਣਾ, ਇਹ ਗੱਲ ਇੱਕ ਵੱਖਰੀ ਹੈ, ਮੈਂ ਫੇਰ ਕਰਾਂਗਾ ਜੀ। ਲੇਕਿਨ ਸਭ ਤੋਂ ਪਹਿਲਾਂ ਇਹ ਹੈ ਕਿ ਉਹਨੂੰ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਨਾ ਕੀਤਾ ਜਾਵੇ। ਇਹ ਜਿਹੜੇ ਹਾਲਾਤ ਨੇ ਇਹਨਾਂ ਬਾਰੇ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹ ਇੱਕ ਜਿਹੜੀ ਸੀ ਉਹ ਤਿਆਰ ਕੀਤੀ ਗਈ, ਔਰ ਕਿੰਨੇ ਸਾਲ ਹੋ ਗਏ ਨੇ ਸਵਾਮੀਨਾਥਨ ਰਿਪੋਰਟ ਨੂੰ ਜਿਹੜਾ ਉਹ ਤਿਆਰ ਕੀਤੀ ਨੂੰ, ਕਿਸੇ ਲਾਗੂ ਨਹੀਂ ਕੀਤੀ। ਆ ਜਿਹੜਾ ਕੇਂਦਰ ਦੇ ਵਿੱਚ ਮੋਦੀ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਉਹ ਗੁਰਦਾਸਪੁਰ ਆ ਤੇ ਉੱਥੇ ਉਹਦੇ ਕਿਸਾਨਾਂ ਦੀ ਗੱਲ ਕੀਤੀ ਜੀ। ਇਸ ਮੋਦੀ ਨੇ 2014 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਵਾਮੀਨਾਥਨ ਦੀ ਰਿਪੋਰਟ ਜਿਹੜੀ ਆ ਇਨ ਬਿਨ ਲਾਗੂ ਕਰਾਂਗਾ। ਕਿਸਾਨਾਂ ਨੇ ਇਹਨੂੰ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ, ਲੇਕਿਨ ਜਦੋਂ ਇਹਦੀ ਸਰਕਾਰ ਬਣ ਗਈ ਤੇ ਇਹ ਕੋ ਪੁੱਛਿਆ ਵੀ ਹੁਣ ਲਾਗੂ, ਕਹਿੰਦਾ ਵੀ ਇਹ ਨਹੀਂ ਹੋ ਸਕਦੀ। ਉਸ ਤੋਂ ਬਾਅਦ ਸਾਡੇ ਸੀਨੀਅਰ ਆਗੂ ਨੇ, ਕਿਸਾਨ ਆਗੂ ਸਰਦਾਰ ਸਤਨਾਮ ਸਿੰਘ ਭੈਰੂ ਜੀ, ਉਹਨਾਂ ਨੇ ਫਿਰ ਸੁਪਰੀਮ ਕੋਰਟ ਦੇ ਵਿੱਚ ਇਹਨੇ ਜਿਹੜਾ ਉਹ ਵਾਅਦਾ ਕੀਤਾ ਸੀ ਚੋਣ ਮੈਨੀਫੈਸਟੋ ਵਾਲਾ, ਉਹਦੇ ਵਿੱਚ ਉਹਦੇ ਵਿਭਾਗ ਦੇ ਉੱਤੇ ਜਿਹੜਾ ਸੀ ਉਹ ਸੁਪਰੀਮ ਕੋਰਟ 'ਚ ਰਿਟ ਪਾਤੀ। ਇਸ ਮੋਦੀ ਸਰਕਾਰ ਵੱਲੋਂ ਉਹ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫੀਆ ਬਿਆਨ ਦਿੱਤਾ ਗਿਆ ਕਿ ਇਹ ਜੇ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਈਏ ਤੇ ਇਹਦੇ ਨਾਲ ਦੇਸ਼ ਦੇ ਹਾਲਾਤ ਜਿਹੜੇ ਉਹ ਖਰਾਬ ਹੋ ਜਾਣਗੇ ਤੇ ਖਾਨਾ ਚੰਗੀ ਹੋ ਜਾਏਗੀ ਜੀ। ਤੁਸੀਂ ਵੇਖੋ ਕਿ ਇਲੈਕਸ਼ਨਾਂ ਤੋਂ ਪਹਿਲਾਂ ਤੇ ਕੀ ਵਾਅਦਾ ਕਰਦੇ ਆ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ, ਤੇ ਜਦੋਂ ਇਲੈਕਸ਼ਨਾਂ ਹੋ ਗਈਆਂ ਜਿੱਤ ਗਏ ਤੇ ਫਿਰ ਕਹਿੰਦੇ ਜੇ ਲਾਗੂ ਕਰਦੇ ਆ ਤੇ ਦੇਸ਼ ਦੇ ਹਾਲਾਤ ਖਰਾਬ ਹੁੰਦੇ ਨੇ। ਇਹ ਦੋਹਰੀ ਨੀਤੀ ਨਹੀਂ, ਇਹ ਕਿਸ ਤਰ੍ਹਾਂ ਦਾ ਲੋਕਾਂ ਨੂੰ ਮਤਲਬ ਕਿ ਝਾਂਸਾ ਦੇਣਾ। ਜੇਕਰ ਸਰਮਾਏਦਾਰ ਵਰਗ, ਫੈਕਟਰੀਆਂ ਵਾਲੇ ਹਜ਼ਾਰਾਂ ਕਰੋੜ ਰੁਪਇਆ ਉਹਨਾਂ ਵੱਲ ਬਕਾਇਆ ਹੈ ਤੇ ਉਹ ਕੋਈ ਦੀਵਾ ਜਗਾ ਦਿੰਦਾ ਹੈ ਉੱਤੇ ਵੀ ਇਹ ਜੀ ਫਲਾਣੇ ਦਾ ਜਿਹੜਾ ਦੁਆਲਾ ਨਿਕਲ ਗਿਆ, ਉਹਨੂੰ ਕੋਈ ਸਰਕਾਰ ਔਰ ਕੋਈ ਬੈਂਕ ਨਹੀਂ। ਆ ਤੁਹਾਡੇ ਸਾਹਮਣੇ ਹੁਣ ਮਾਲੀਆ ਵਰਗੇ ਜਾਂ ਦੂਜੇ ਹਜ਼ਾਰਾਂ ਕਰੋੜ ਲੈ ਗਏ ਨੇ, ਇੱਕ ਇੱਕ ਬੰਦਾ ਜਿਹੜਾ ਉਹ ਹਜ਼ਾਰਾਂ ਕਰੋੜ ਲੈ ਗਿਆ। ਤੇ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਉਹਨਾਂ ਦੀ ਜਿਣਸ ਦੇ ਵਾਜਬ ਕੀਮਤ ਨਹੀਂ ਦਿੱਤੀ ਜਾਂਦੀ। ਜੇ ਉਹ ਵਿਕ ਜਾਂਦੀ ਆ, ਕੀਮਤ ਤਾਂ ਛੱਡੋ, ਜਿਸ ਤਰ੍ਹਾਂ ਹੁਣ ਗੰਨੇ ਦੇ ਪੈਸੇ ਨੇ ਜਾਂ ਝੋਨੇ ਦੇ ਪੈਸੇ ਨੇ, ਉਹ ਪੈਸੇ ਵੀ ਜਿਹੜੇ ਨੇ ਉਹਨਾਂ ਨੂੰ ਟਾਈਮ ਸਿਰ ਨਹੀਂ ਮਿਲਦੇ। ਆਪਣੀ ਵੇਚੀ ਹੋਈ ਫਸਲ ਦੇ ਪੈਸੇ ਨਹੀਂ ਮਿਲਦੇ, ਪਹਿਲਾਂ ਰੇਟ ਘੱਟ ਜੀ ਤੇ ਫਿਰ ਉਸ ਤੋਂ ਬਾਅਦ ਪੈਸੇ ਵੀ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਹੁਣ ਇਹ ਫਿਰ ਕਿਨੇ ਝਾਂਸਾ ਦਿੱਤਾ ਮੋਦੀ ਨੇ ਕਿ ਜੀ ਮੈਂ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਲਾਗੂ ਕਰਤੀ ਆ, ਲੇਕਿਨ ਬਹੁਤ ਝੂਠਾ ਆਦਮੀ ਹੈ। ਇਹਨੇ ਕੋਈ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ, ਸਿਰਫ ਅਖਬਾਰੀ ਬਿਆਨ ਦੇ ਰਹੇ ਨੇ। ਕੋਈ ਚੱਕਰ ਐਸਾ ਨਹੀਂ ਹੈਗਾ। ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਜਿਸ ਤਰ੍ਹਾਂ ਤੁਹਾਡਾ ਸਵਾਲ ਕੀਤਾ ਹੈ ਕਿ ਜਿਹੜੀਆਂ ਖੁਦਕਸ਼ੀਆਂ ਹੁੰਦੀਆਂ ਉਹਨਾਂ ਦਾ ਕਿਸਾਨ ਦਾ ਜਿਹੜਾ ਕਰਜ਼ਾ ਹੈ ਉਹ ਮੁਆਫ ਹੋਣਾ ਚਾਹੀਦਾ ਬੱਚਿਆਂ ਤੇ ਹੋਇਆ। ਜਿਸ ਕਿਸਾਨ ਨੇ ਮਜਬੂਰ ਹੋ ਕੇ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਹੈ, ਮਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਜੀ, ਪਰ ਉਹਨੇ ਮਜਬੂਰ ਹੋ ਕੇ ਕੀਤੀ ਆ, ਤੇ ਫਿਰ ਜਿਹੜਾ ਉਹਦਾ ਪਰਿਵਾਰ ਆ
ਸਰਕਾਰ ਦੀ ਇਹ ਜ਼ਿੰਮੇਵਾਰੀ ਤੇ ਬਣਦੀ ਹੈ ਨਾ ਵੀ ਅਸੀਂ ਉਹਨੂੰ ਤਾਂ ਨਹੀਂ ਬਚਾ ਸਕੇ ਤੇ ਕਮ ਸੇ ਕਮ ਇਹ ਜਿਹੜਾ ਉਹਦਾ ਪਰਿਵਾਰ ਹੈ, ਉਹਦੀ ਧਰਮ ਪਤਨੀ ਹੈ, ਉਹਦੇ ਬੱਚੇ ਨੇ, ਉਹਦੀ ਮਾਂ ਬਜ਼ੁਰਗ ਹੈ, ਉਹਦਾ ਪਿਤਾ ਬਜ਼ੁਰਗ ਹੈ, ਉਹਨਾਂ ਦੀ ਤਾਂ ਕੋਈ ਸਹਾਇਤਾ ਕਰੀਏ। ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਰੰਤ ਉਸ ਟਾਈਮ ਤੇ ਉਹਦਾ ਕਰਜ਼ਾ ਜਿਹੜਾ ਉਹ ਸਾਰਾ ਮਾਫ ਕੀਤਾ ਜਾਏ ਤੇ ਉਹਨੂੰ ਅੱਗੇ ਆਉਣ ਵਾਲੇ ਸਮੇਂ 'ਚ ਉਹਦੀ ਸਹਾਇਤਾ ਇਸ ਤਰ੍ਹਾਂ ਦੀ ਕੀਤੀ ਜਾਵੇ ਵੀ ਉਹ ਸਾਲ 2 ਸਾਲ ਆਪਣੀ ਜਿਹੜੀ ਆ ਪੈਰਾਂ ਸਿਰ ਜਿਹੜਾ ਹੋ ਸਕੇ। ਇਸ ਤਰ੍ਹਾਂ ਨਾਲ ਮਜ਼ਦੂਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਮਾਲਵੇ ਦੀ ਜੀ, ਵੀ ਮਾਲਵੇ ਦੇ ਵਿੱਚ ਜਿਹੜੀਆਂ ਖੁਦਕਸ਼ੀਆਂ ਨੇ ਉਹ ਜ਼ਿਆਦਾ ਹੋ ਰਹੀਆਂ ਨੇ। ਜਿਸ ਤਰ੍ਹਾਂ ਪਹਿਲਾਂ ਮਾਲਵੇ 'ਚ ਖੁਦਕਸ਼ੀਆਂ ਬਹੁਤ ਜ਼ਿਆਦਾ ਹੋਈਆਂ ਨੇ, ਉਹਦੇ ਕਈ ਕਾਰਨ ਨੇ। ਉਹ ਕਾਰਨਾਂ ਕਰਕੇ ਮਾਲਵੇ ਜਿਹੜੇ ਲੋਕ ਸੀ ਉਹਨਾਂ ਨੇ ਜਦੋਂ ਖੇਤੀ ਦੇ ਉੱਤੇ ਖਰਚਾ ਜਿਹੜਾ ਸੀ ਉਹ ਬਹੁਤ ਕਰਦੇ ਰਹੇ ਜੀ। ਮੱਝ ਦੇ ਲੋਕ ਜਿਹੜੇ ਸੀ ਇਹ ਕਰਜ਼ਾ ਕੱਟ ਲੈਂਦੇ ਸੀ ਪਹਿਲਾਂ, ਕਿਉਂਕਿ ਇਹਨਾਂ ਦੇ ਦੁੱਧ ਦੇ ਕਾਰੋਬਾਰ ਸੀ। ਜੀ ਜੀ ਬਿਲਕੁਲ। ਤੇ ਇਹ ਜਿਹੜਾ ਆਪਣੇ ਰੋਜ਼ ਦੇ ਜਿਹੜੇ ਰੂਟੀਨ ਦੇ ਜਿਹੜੇ ਖਰਚੇ ਸੀ ਨਾ, ਦੁੱਧ ਤੋਂ ਕੱਢ ਲੈਂਦੇ ਇਹ ਦੁੱਧ ਤੋਂ ਕੱਢ ਲੈਂਦੇ ਸੀ ਤੇ ਫਸਲ ਜਿਹੜੀ ਸੀ ਉਹ ਜਿੰਨੀ ਕਿ ਇਹਨਾਂ ਦੀ ਆਉਂਦੀ ਸੀ ਤੇ ਉਹਦੇ ਨਾਲ ਇਹਨਾਂ ਦਾ ਦੂਸਰਾ ਖਰਚਾ ਪਾਣੀ ਚੱਲ ਜਾਂਦਾ ਸੀ ਤੇ ਇਹ ਕਰਜ਼ਾ ਨਹੀਂ ਸੀ ਲੈਂਦੇ। ਲੇਕਿਨ ਹੁਣ ਦੇ ਹਾਲਾਤ ਇਹ ਬਣ ਗਏ ਨੇ ਹਾਂਜੀ ਕਿ ਅੱਜ ਜਿਹੜਾ ਮੱਝ ਦਾ ਕਿਸਾਨ ਹੈ ਉਹ ਵੀ ਬਹੁਤ ਦੁਰਗਤੀ ਵਿੱਚੋਂ ਨਿਕਲ ਰਿਹਾ ਹੈ, ਕਿਉਂਕਿ ਜਿਹੜਾ ਦੁੱਧ ਹੈ ਉਹਦੇ ਪਾਣੀ ਤੋਂ ਵੀ ਸਸਤਾ ਵਿਕ ਰਿਹਾ ਜੀ। ਦੁੱਧ ਦੇ ਵਿੱਚ ਕੁਝ ਨਹੀਂ ਮਿਲ ਰਿਹਾ। ਹੁਣ ਉਹ ਕਿਸਾਨ ਵੀ ਜਿਹੜਾ ਹੈ ਆੜਤੀਆਂ ਤੋਂ ਤੇ ਬੈਂਕਾਂ ਤੋਂ ਕਰਜ਼ੇ ਲੈਣ ਵਾਸਤੇ ਮਜਬੂਰ ਹੈ। ਮੱਝਾਂ ਗਾਵਾਂ ਘਟਾਤੀਆਂ ਨਾਲੇ, ਮੱਝਾਂ ਗਾਵਾਂ ਘਟਾਤੀਆਂ ਨੇ ਤੇ ਜੇ ਹੈਗੀਆਂ ਨੇ ਜਿਨ੍ਹਾਂ ਦੀਆਂ ਕੋਲ ਹੈਗੀਆਂ ਨੇ ਨਾ ਜੀ, ਉਹ ਉਹਨਾਂ ਦਾ ਕੋਈ ਚਾਰਾ ਨਹੀਂ ਹੈਗਾ। ਬਿਲਕੁਲ। ਉਹਨਾਂ ਨੂੰ ਇਹ ਹੈ ਵੀ ਅਸੀਂ ਕੰਮ ਲੱਗੇ ਰਵਾਂਗੇ, ਆਰੇ ਲੱਗੇ ਰਵਾਂਗੇ, ਸਿਰ ਪਿਓ ਹੈ ਤੇ ਫਿਰ ਇਹ ਝਾਕ ਹੁੰਦੀ ਆ ਸ਼ਾਇਦ ਅਗਲੇ ਮਹੀਨੇ ਦੁੱਧ ਵੱਜੇ, ਸ਼ਾਇਦ ਅਗਲੇ ਮਹੀਨੇ ਵੱਜੇ ਜੀ। ਤੇ ਉਹ ਦੁੱਧ ਦਾ ਰੇਟ ਤਾਂ ਵੱਧਦਾ ਨਹੀਂ ਤੇ ਸਰਦੀਆਂ ਚ ਆ ਕੇ ਸਗੋਂ ਹੋਰ ਸਸਤਾ ਹੋ ਜਾਂਦਾ ਹੈ। ਫੈਕਟਰੀਆਂ ਜਿਹੜਾ ਦੁੱਧ ਸਸਤਾ ਕਰ ਦਿੰਦੀਆਂ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੂੰ ਹੋਰ ਨੁਕਸਾਨ ਹੁੰਦਾ ਹੈ। ਫੈਕਟਰੀਆਂ ਕਿਸਾਨਾਂ ਦਾ ਦੁੱਧ ਜਿਹੜਾ ਕਿਸਾਨ ਲੈ ਕੇ ਆਉਂਦੇ ਆ ਉਹਨਾਂ ਦਾ ਦੁੱਧ ਤੇ ਕਰ ਦਿੰਦੀਆਂ ਨੇ ਸਸਤਾ ਤੇ ਆਪਣਾ ਜਿਹੜਾ ਪੈਕਟ ਦੇ ਵਿੱਚ ਉਹੀ ਦੁੱਧ ਪੈਕ ਕਰਕੇ ਵੇਚਦੀਆਂ, ਉਹਦੇ 'ਚ ਫਰਕ ਨਹੀਂ ਪਾਉਂਦੀਆਂ ਰੇਟ 'ਚ। ਦੇਖੋ ਤੁਸੀਂ ਇਹ ਦੱਸੋ ਕਿ ਜਿਹੜਾ ਕਿਸਾਨ ਕੋ ਦੁੱਧ ਲਿਆ ਜਾਂਦਾ ਉਹ ਫੈਟ ਦੇ ਹਿਸਾਬ ਨਾਲ ਜੀ, ਜਿਹੜਾ ਦੁੱਧ ਅੱਗੋਂ ਉਹਦੇ ਵਿੱਚੋਂ ਕਰੀਮ ਕੱਢ ਕੇ ਜੀ, ਉਹ ਜਿਹਨੂੰ ਤੁਸੀਂ ਮਹੂਆ ਕਹਿ ਦੋ, ਆਮ ਤੌਰ ਤੇ ਮਹੂਆ ਕਹਿੰਦੇ ਆ ਜੀ। ਹਾਂਜੀ, ਤੇ ਉਹ ਜਿਹੜਾ ਦੁੱਧ ਹੈ ਉਹ ਮੈਂ ਤੁਹਾਨੂੰ ਲੱਸੀ ਕਹੂੰਗਾ ਵੀ ਜਦੋਂ ਕਰੀਮ ਕੱਢ ਲਈ ਤੇ ਲੱਸੀ ਰਹਿ ਗਈ। ਬਿਲਕੁਲ। ਤੇ ਉਹ ਜਿਹੜੀ ਆ ਉਹ ਕਿਸ ਹਿਸਾਬ ਵੇਖ ਰਹੀ ਆ ਤੇ ਜਿਹੜੀ ਪਿਓਰ ਲੱਸੀ ਵੀ ਜਿਹੜੀ ਦੁੱਧ ਦੀ ਇਹ ਡੇਅਰੀਆਂ ਵਾਲੇ ਲੱਸੀ ਵੀ ਬਣਾਉਂਦੇ ਨੇ। ਜੇ 200 ਗ੍ਰਾਮ ਦਾ ਜਿਹੜਾ ਪੈਕਟ ਆ ਜੀ ਉਹ 20 ਰੁਪਏ ਦਾ ਮਿਲਦਾ ਲੱਸੀ ਦਾ। ਜੀ ਜੀ ਬਿਲਕੁਲ। ਠੀਕ ਹੈ, ਜੇ ਤੁਸੀਂ 200 ਗ੍ਰਾਮ ਦੀ ਦੁੱਧ ਦੀ ਬੋਤਲ ਲਓਗੇ ਹਾਂਜੀ ਤੇ ਉਹ ਅੱਜ ਤੁਹਾਨੂੰ 30 ਰੁਪਏ ਦੀ ਮਿਲ ਰਹੀ ਆ ਟ੍ਰੇਨ ਦੇ ਵਿੱਚ ਤੁਸੀਂ ਲਓਗੇ। ਬਿਲਕੁਲ। ਠੀਕ ਹੈ, ਸੋ ਉਹਦੇ ਵਿੱਚੋਂ ਕਰੀਮ ਕੱਢਣ ਤੋਂ ਬਾਅਦ 30 ਰੁਪਏ ਦਾ। ਹਾਂਜੀ। ਪਾਣੀ ਦੀ ਬੋਤਲ 20 ਰੁਪਏ ਦੀ ਆ। ਲੇਕਿਨ ਜਿਹੜਾ ਕਿਸਾਨ ਕੋਲੋਂ ਦੁੱਧ ਜਾ ਰਿਹਾ ਉਹਦਾ ਤੁਸੀਂ ਸਾਰਾ ਜਦੋਂ ਤੁਸੀਂ ਉਹਦਾ ਕੈਲਕੂਲੇਟਰ ਕਰੋਗੇ ਤੇ ਉਹ 25 ਰੁਪਏ ਤੋਂ ਵੱਧ ਜਿਹੜਾ ਉਹ ਨਹੀਂ ਜਾ ਰਿਹਾ। ਜਿਹਨੇ ਦੁੱਧ ਪੈਦਾ ਕੀਤਾ ਉਹਨੂੰ 25 ਰੁਪਏ ਤੇ ਜਿਹਨੇ ਪਾਣੀ ਦੀ ਬੋਤਲ ਪਲਾਸਟਿਕ ਭਰੀ ਆ ਉਹਨੂੰ ਉਹ 20 ਰੁਪਏ। ਬਿਲਕੁਲ। ਚਾਰਾ ਪਹਿਲੋਂ ਜਿਹੜਾ ਆ ਉਹ ਖੇਤੀ ਕਰਨੀ, ਉਹਦੀ ਚਾਰਾ ਬੀਜਣਾ, ਫਿਰ ਉਹ ਵੱਡਾ ਹੋਣਾ, ਵੱਢਣਾ, ਲਿਆ ਕੇ ਡੰਗਰਾਂ ਨੂੰ ਪਾਉਣਾ, ਫਿਰ ਦੁੱਧ ਚੋਣਾ, ਸਾਰਾ ਲਿਆਉਣਾ, ਜੋ ਖਰਚ ਖਰਚਾ ਜਿਹੜਾ ਬੰਦਾ ਵੀ ਉਹਨੇ ਕੋਈ ਰੱਖਿਆ ਵਾ ਨਾਲ ਉਹਨੂੰ ਵੀ ਪੈਸੇ ਉਹਨੇ ਦੇਣੇ ਆ, ਗੋਇਆ ਕੂੜਾ ਜੋ ਸਾਰਾ ਕੁਝ ਕਰਕੇ ਇਸੋਂ ਤੱਕ ਪੈਂਦਾ। ਮੈਂ ਸਮਝਦਾ 25 ਤੋਂ ਵੀ ਸ਼ਾਇਦ ਥੱਲੇ ਹੀ ਪੈਂਦਾ ਹੋਵੇ। ਮੈਂ ਤਾਂ 25 ਬਹੁਤ ਜ਼ਿਆਦਾ ਕਿਹਾ ਜੀ ਜੀ ਜੀ। ਤੇ ਐਵੇਂ ਫਿਰ ਅਗਲਾ ਕਹਿ ਨਾ ਦਵੇ ਵੀ ਇਸ ਤਰ੍ਹਾਂ ਦੀਆਂ ਮਤਲਬ ਕਿ ਵੀ ਇਹਦੋਂ ਜਿਹੜਾ ਗਾਈਆਂ ਦਾ ਦੁੱਧ ਹੈ ਉਹ ਤਾਂ 20 ਰੁਪਏ ਤੱਕ ਜਿਹੜਾ ਉਹ ਜਾ ਰਿਹਾ, 20 ਤੋਂ ਵੱਧ ਨਹੀਂ ਜਾ ਰਿਹਾ। ਸੋ ਉਹ ਕਿਉਂਕਿ ਉਹ ਫੈਂਟ ਦੇ ਹਿਸਾਬ ਨਾਲ ਲੈਂਦੇ ਨੇ। ਸੋ ਇਸ ਕਰਕੇ ਇਹ ਜਿਹੜਾ ਬਹੁਤ ਵੱਡਾ ਜਿਹੜਾ ਦੁਕਾਨ ਹੈ ਕਿਸਾਨ ਦਾ, ਚਾਹੇ ਉਹ ਮੌਜੂਦਾ ਸਰਕਾਰ ਜਿਹੜੀ ਹੁਣ ਜਿਹੜੀ ਨਵੀਂ ਸਰਕਾਰ ਆਈ ਆ ਜਾਂ ਕੋਈ ਆਉਣ ਵਾਲੀ, ਮੈਂ ਨਹੀਂ ਸਮਝਦਾ ਵੀ ਜਿਸ ਤਰ੍ਹਾਂ ਇੱਕ ਇਲੈਕਸ਼ਨਾਂ 'ਚ ਵਾਅਦੇ ਕਰਦੇ ਨੇ ਤੇ ਕਿਸਾਨਾਂ ਨੂੰ ਹੋਏਗਾ। ਕਿਸਾਨਾਂ ਦਾ ਕੋਈ ਵੀ ਹਮਦਰਦ ਜਿਹੜਾ ਅੱਜ ਤੱਕ, ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ, ਇਹਨਾਂ ਦੇ ਵਿੱਚ ਕਿਸਾਨਾਂ ਦੇ ਇਲੈਕਸ਼ਨਾਂ 'ਚ ਆ ਕੇ ਤਾਂ ਵਾਅਦੇ ਕਰਦੇ ਆ, ਲੇਕਿਨ ਇਲੈਕਸ਼ਨਾਂ ਤੋਂ ਬਾਅਦ ਕੋਈ ਵੀ ਵਾਅਦਾ ਜਿਹੜਾ ਉਹ ਵਫਾ ਨਹੀਂ ਕਰਦੇ। ਇਹ ਕਿਸਾਨਾਂ ਦੇ ਨਾਲ ਧੋਖਾ ਕਰਦੇ ਆ, ਉਹਨਾਂ ਦੀਆਂ ਵੋਟਾਂ ਲੈ ਕੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਇਹ ਚੰਗਾ ਸੁੱਖ ਨਹੀਂ ਕਰਦੇ। ਜੀ ਸਰਸਾ ਸਾਹਿਬ, ਜਿਵੇਂ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ, ਖੁਦਕੁਸ਼ੀਆਂ ਦੀ ਗੱਲ ਕੀਤੀ, ਇਹਦਾ ਹੱਲ ਕੀ ਦੇਖਦੇ ਹੋ? ਖੁਦਕੁਸ਼ੀਆਂ ਜਿਹੜੀਆਂ ਆ ਉਹ ਰੁਕ ਸਕਣ, ਕਿਸਾਨ ਜਿਹੜੇ ਆ ਪੈਰਾਂ ਸਿਰ ਹੋ ਸਕਣ। ਕਈ ਵਾਰਾਂ ਅਸੀਂ ਵੀ ਗੱਲ ਕਰਦੇ ਹਾਂ ਕਿਸਾਨਾਂ ਦੀ, ਤਾਂ ਵਿਆਹਾਂ ਦੇ ਉੱਤੇ ਬੜਾ ਖੁੱਲ੍ਹਾ ਖਰਚ ਕਈ ਵਾਰਾਂ ਕਰ ਲੈਂਦੇ ਨੇ, ਫਿਰ ਉਸ ਨੂੰ ਕਰਜ਼ੇ ਨੂੰ ਉਤਾਰਦਿਆਂ ਜਾਂ ਉਹ ਨਹੀਂ ਉਤਰਦਾ, ਜਾਂ ਮੈਂ ਸਮਝਦਾ ਕਿ ਮਾਨਸਿਕਤਾ ਜਿਹੜੀ ਆ ਉਹ ਅਗਲਾ ਪਰਿਵਾਰ ਵੀ ਆ ਜਿਹੜਾ, ਜੇਕਰ ਧੀ ਦਾ ਵਿਆਹ ਕਰਨਾ ਤਾਂ ਅਗਲਾ ਪਰਿਵਾਰ ਜਿਹੜਾ ਆ ਉਹ ਵੀ ਇਹ ਚੀਜ਼ ਸੋਚੇ ਕਿ ਅਗਲੇ ਨੇ ਕਿੱਥੋਂ ਕਰਕੇ ਦੇਣਾ ਵਾ। ਤੇ ਕੁਝ ਇਸ ਤਰ੍ਹਾਂ ਜਿਹੜਾ ਆ ਉਹ ਹੋਣਾ ਚਾਹੀਦਾ ਜਿਸ ਦੇ ਨਾਲ ਦੋਨੋਂ ਪਰਿਵਾਰ ਹੀ ਸੁਖੀ ਜਿਹੜੇ ਆ ਉਹ ਵਸਣ, ਨਾ ਕਿ ਬਾਅਦ ਦੇ ਵਿੱਚ ਇਹ ਹੋਵੇ ਕਰਜ਼ਾ ਚੜ੍ਹਨ ਨਾਲ ਇੱਕ ਪਰਿਵਾਰ ਦਾ ਕੋਈ ਜੀ ਖੁਦਕੁਸ਼ੀ ਕਰ ਲਵੇ। ਗੱਲ ਸਾਹਿਬ, ਪਹਿਲੀ ਗੱਲ ਤੇ ਆ ਵੀ
ਜਿਹੜਾ ਹੈ ਇਹਦੇ ਵਿੱਚ ਜਿਹੜਾ ਇਹਦਾ ਹੱਲ ਹੈ ਨਾ, ਜੀ ਉਹ ਸਭ ਤੋਂ ਪਹਿਲੀ ਜ਼ਿੰਮੇਵਾਰੀ ਤਾਂ ਹੁੰਦੀ ਸਰਕਾਰ ਦੀ। ਜੀ ਸਰਕਾਰ ਜਿਹੜੀ ਆ ਉਹ ਵਾਜਬ ਰੇਟ ਦੇਵੇ ਤੇ ਟਾਈਮ ਸਿਰ ਪੈਸੇ ਦੇਵੇ। ਔਰ ਜਿਹੜੀਆਂ ਜਿਸ ਤਰ੍ਹਾਂ ਬਿਜਲੀ ਪਾਣੀ ਦੀਆਂ, ਨਹਿਰੀ ਪਾਣੀ ਦੀ, ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਨਹਿਰੀ ਪਾਣੀ ਜਿਹੜਾ ਉਹ ਖਤਮ ਹੋ ਗਿਆ, ਬਿਲਕੁਲ ਉਹ ਸਾਨੂੰ ਸਸਤਾ ਮਿਲਦਾ ਹੈ। ਤੇ ਮੋਟਰਾਂ ਦੀ ਸਾਡੀ ਰਿਪੇਅਰ ਵੀ ਬੜੀ ਆ, ਬੋਰ ਲਾਉਣ ਤੇ ਖਰਚੇ ਬੜੇ ਆਉਂਦੇ ਨੇ। ਹਾਂਜੀ ਪਾਣੀ ਸਾਨੂੰ ਜਿਹੜਾ ਉਹ ਨਹਿਰਾਂ ਦਾ ਜਿਹੜਾ ਵੱਧ ਤੋਂ ਵੱਧ ਮਿਲਣਾ ਚਾਹੀਦਾ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜੀ ਤੇ ਇਹ ਪਹਿਲਾਂ ਤੇ ਸਰਕਾਰ ਹੈ, ਉਸ ਤੋਂ ਬਾਅਦ ਜਿਹੜੀ ਸਾਡੀ ਜ਼ਿੰਮੇਵਾਰੀ ਹੈ। ਹਾਂਜੀ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਵੀ ਇੱਕ ਅਪੀਲ ਕਰਨੀ ਚਾਹੁੰਦਾ ਕਿ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ, ਸਿਆਣੇ ਦੀ ਇੱਕ ਕਹਾਵਤ ਹੈ ਜੀ ਕਿ ਸੋਤ ਵੇਖ ਕੇ ਪੈਰ ਪਸਾਰੋ। ਬਿਲਕੁਲ ਹੁਣ ਜੇ ਆਦਮੀ ਦਾ ਕੱਦ 6 ਫੁੱਟ ਲੰਬਾ ਹੈ ਜੀ ਤੇ ਰਜਾਈ ਤੁਹਾਨੂੰ ਮਿਲੀ ਹੈ, ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਜੇ, ਰਜਾਈ ਮਿਲੀ ਤੁਹਾਨੂੰ 5 ਫੁੱਟ ਦੀ, ਤੇ ਤੁਸੀਂ ਹੁਣ ਜਦੋਂ ਪੈਰ ਜਦ ਸਿੱਧੇ ਕਰੋਗੇ ਤੇ ਨੰਗੀ ਹੋਣੀ ਹੈ। ਸਾਨੂੰ ਜਿਹੜਾ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਹੋਰ ਖੁਸ਼ੀ ਗਮੀ, ਆਮ ਤੌਰ ਤੇ ਹੁਣ ਬਜ਼ੁਰਗਾਂ ਦੇ ਭੋਗ ਹੁੰਦੇ ਨੇ, ਉੱਥੇ ਵੀ ਕਈ ਵੇਖੋ ਵੇਖੀ ਜਿਹੜੇ ਵਿਆਹਾਂ ਜਿੰਨਾ ਖਰਚ ਕਰ ਲੈਂਦੇ, ਵਿਆਹਾਂ ਜਿੰਨਾ ਖਰਚ ਕਰ ਦਿੰਦੇ ਨੇ। ਸੋ ਸਾਨੂੰ ਜਿਹੜਾ ਹੈ, ਚਾਹੇ ਕੋਈ ਗਮੀ ਦਾ ਪ੍ਰੋਗਰਾਮ ਹੋਵੇ, ਬਜ਼ੁਰਗ ਦਾ ਕਿਸੇ ਦਾ, ਉਹਦੀ ਭੋਗ ਹੋਵੇ ਉਹਦਾ, ਉੱਤੇ ਜਿਹੜੇ ਖਰਚੇ ਕਰਦੇ ਆ ਉਹ ਵੀ ਨਹੀਂ ਕਰਨੇ ਚਾਹੀਦੇ, ਸਾਦੇ ਕਰਨੇ ਚਾਹੀਦੇ ਆ। ਔਰ ਵਿਆਹਾਂ ਸ਼ਾਦੀਆਂ ਤੇ ਬਿਲਕੁਲ ਖਰਚਾ ਨਹੀਂ ਕਰਨਾ ਚਾਹੀਦਾ। ਸਾਨੂੰ ਸਾਦੇ ਵਿਆਹ ਕਰਨੇ ਚਾਹੀਦੇ ਨੇ। ਗੁਰੂ ਘਰ ਚ ਜਾਓ, ਉੱਥੇ ਆਨੰਦ ਕਾਰਜ ਕਰੋ, ਤੇ ਆਨੰਦ ਕਾਰਜ ਕਰਕੇ ਤੇ 5-4 ਆਦਮੀ ਸੱਦ ਕੇ ਤੇ ਉਹਨਾਂ ਦੀ ਜਿਹੜੀ ਆ ਆਓ ਭਗਤ ਕਰਕੇ ਤੇ ਉਹਨਾਂ ਨੂੰ ਤੋਰ ਦਿਓ। ਦਾਜ ਦਹੇਜ ਜਾਂ ਗੱਡੀਆਂ, ਮੋਟਰਸਾਈਕਲ, ਇਹ ਜਿਹੜਾ ਅਸੀਂ ਵੇਖੋ ਵੇਖੀ ਜਿਹੜੇ ਜਿਸ ਤਰ੍ਹਾਂ NIR ਨੇ ਜਾਂ ਵੱਡੇ ਲੋਕ ਨੇ ਜਾਂ ਜਿਹੜੇ ਪੋਲੀਟੀਕਲ ਬੰਦੇ ਨੇ, ਜਿਹੜੇ ਲੋਕਾਂ ਦਾ ਖੂਨ ਚੂਸਦੇ ਨੇ, ਜਿਨ੍ਹਾਂ ਨੇ ਲੋਕਾਂ ਦਾ ਖੂਨ ਪੀ ਕੇ ਇਕੱਠਾ ਕੀਤਾ, ਜਾਂ ਭ੍ਰਿਸ਼ਟ ਅਫਸਰ ਨੇ, ਅਸੀਂ ਜਦੋਂ ਉਹਨਾਂ ਵੱਲ ਵੇਖ ਕੇ ਤੇ ਖਰਚ ਕਰਦੇ ਆ ਨਾ, ਉਦੋਂ ਸਾਡਾ ਫਿਰ ਨੁਕਸਾਨ ਹੁੰਦਾ ਹੈ। ਤੇ ਸਾਨੂੰ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਵਿਆਹਾਂ 'ਚ ਕੀਤੇ ਖਰਚਿਆਂ ਨਹੀਂ ਵੇਖਣਾ ਚਾਹੀਦਾ। ਸਾਨੂੰ ਜਿਹੜੇ ਪੋਲੀਟੀਕਲ ਬੰਦੇ ਨੇ, ਜਿਹੜੇ ਲੋਕਾਂ ਦੇ ਨਾਲ ਧੋਖੇ ਧੜੀਆਂ ਕਰਕੇ ਆਪਣੇ ਸੱਤਾ ਦਾ ਜਿਹੜਾ ਉਹਦਾ ਨਜਾਇਜ਼ ਫਾਇਦਾ ਉਠਾ ਕੇ, ਨਸ਼ੇ ਵਿਕਾ ਕੇ ਜਾਂ ਭ੍ਰਿਸ਼ਟ ਅਧਿਕਾਰੀਆਂ ਤੋਂ ਜਿਹੜਾ ਉਹ ਮਹੀਨੇ ਲੈ ਕੇ ਇਸ ਤਰ੍ਹਾਂ ਖਰਚ ਕਰਦੇ ਨੇ, ਉਹਨਾਂ ਨਾਲ ਨਹੀਂ ਵੇਖਣਾ ਚਾਹੀਦਾ। ਸਾਨੂੰ ਤਾਂ ਇਹ ਵੇਖਣਾ ਚਾਹੀਦਾ ਕਿ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ, ਤੇ ਮੇਰੀ ਫਸਲ ਜਿਹੜੀ ਆ ਉਹਦੀ ਵਟਕ ਜਿਹੜੀ ਆ 2 ਲੱਖ ਦੀ ਹੋਣੀ ਆ, ਤੇ ਇਹਦੇ ਤੇ ਮੇਰਾ 1.5 ਲੱਖ ਰੁਪਇਆ ਖਰਚਾ ਹੋ ਗਿਆ, ਤੇ ਵੱਧ ਤੋਂ ਵੱਧ ਮੈਨੂੰ 50,000 ਰੁਪਇਆ ਜੇ ਬਚੇਗਾ ਤੇ ਮੈਂ ਉਹਦੇ ਵਿੱਚ ਹੀ ਆਪਣੇ ਬੇਟੇ ਬੇਟੀ ਦਾ ਵਿਆਹ ਸ਼ਾਦੀ ਕਰਾਂ ਜਾਂ ਮਕਾਨ ਬਣਾਵਾਂ। ਹੁਣ ਵੇਖੋ ਵੇਖੀ ਕੋਠੀਆਂ ਵੀ ਬਣਾਉਣ ਲੱਗ ਗਏ। ਇਹ ਸਾਨੂੰ ਕੋਠੀਆਂ, ਮਕਾਨਾਂ ਤੇ ਜਿਹੜੇ ਖਰਚੇ ਨੇ ਵਿਆਹਾਂ ਸ਼ਾਦੀਆਂ ਤੇ, ਇਹ ਸਾਨੂੰ ਹਿਸਾਬ ਨਾਲ ਕਰਨੇ ਚਾਹੀਦੇ ਨੇ, ਤਾਂ ਸਾਡਾ ਹੋ ਸਕਦਾ। ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆ ਗਿੱਲ ਸਾਹਿਬ ਫਿਰ ਸਰਕਾਰ ਦੀ ਆਉਂਦੀ ਆ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਕਰਾਂਗਾ ਕਿ ਕਿਸਾਨ ਦੀ ਜਿਹੜੀ ਸ਼ੁਰੂਆਤ ਹੈ ਉਹ ਬੀਜ ਤੋਂ ਹੁੰਦੀ ਆ। ਜੀ ਜੀ ਪਰ ਅੱਜ ਦੇ ਹਾਲਾਤ ਕੀ ਨੇ ਕਿ ਸਾਨੂੰ ਬੀ ਨਕਲੀ, ਉੱਤੇ ਮਾਰਕਾ ਹੋ ਰਿਹਾ ਲੇਕਿਨ ਬੀ ਵਿੱਚ ਨਕਲੀ ਹੈ। ਕੀੜੇ ਮਾਰ ਦਵਾਈਆਂ ਜਿਹੜੀਆਂ ਨੇ ਉਹ ਨਕਲੀ ਹੈ, ਖਾਦਾਂ ਨਕਲੀ ਹੈ, ਡੀਜ਼ਲ ਨਕਲੀ ਹੈ, ਮੋਬਲਰ ਨਕਲੀ ਹੈ, ਮੋਟਰ ਵੈਂਡ ਕਰਾਓ ਤਾਰ ਨਕਲੀ ਹੈ, ਬੈਰਿੰਗ ਲਾਓ ਬੈਰਿੰਗ ਨਕਲੀ ਹੈ, ਰੇਟ ਅਸਲੀ ਤੋਂ ਵੀ ਵੱਧ ਨੇ। ਸੋ ਇਹ ਜਿੰਨਾ ਚਿਰ ਮਤਲਬ ਕਿ ਇਹਨਾਂ ਚੀਜ਼ਾਂ ਤੇ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਰੋਕ ਨਹੀਂ ਲਾਉਂਦੀ, ਉਹਨਾਂ ਚਿਰ ਸਾਡਾ ਕਿਸਾਨ ਦਾ ਜਿਹੜਾ ਉਹ ਹੱਲ ਨਹੀਂ ਹੋ ਸਕਦਾ। ਇੱਥੇ ਸਾਨੂੰ ਸਾਰਿਆਂ ਨੂੰ ਆਪਣਾ ਆਪ ਵੀ ਕਿਸਾਨਾਂ ਨੂੰ ਵੀ ਵੇਖਣਾ ਪੈਗਾ, ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਹੋਊਗੀ। ਜੀ ਜੀ ਸੋ ਬਿਲਕੁਲ, ਇਹ ਸਨ ਸਰਦਾਰ ਬਲਦੇਵ ਸਿੰਘ ਜੀ ਸਿਰਸਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਆ ਉਹ ਕਿਉਂ ਹੋ ਰਹੀਆਂ, ਉਹਨਾਂ ਦਾ ਹੱਲ ਕੀ ਆ। ਸੋ ਚਾਦਰ ਦੇਖ ਕੇ ਪੈਰ ਜਿਹੜੇ ਆ ਉਹ ਸਾਨੂੰ ਵੀ ਪਸਾਰਨੇ ਚਾਹੀਦੇ ਆ ਕਿ ਜਿੰਨੇ ਕੁ ਪੈਸੇ ਸਾਡੇ ਕੋਲ ਹੈਗੇ ਉਸ ਹਿਸਾਬ ਨਾਲ ਖਰਚ ਕਰੀਏ। ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਕਿ ਫਿਰ ਕਰਜ਼ਾ ਲਾਉਂਦਿਆਂ ਲਾਉਂਦਿਆਂ ਜਾਂ ਤਾਂ ਜ਼ਿੰਦਗੀ ਬੀਤ ਜਾਵੇ ਜਾਂ ਫਿਰ ਜ਼ਿੰਦਗੀ ਨੂੰ ਖ਼ਤਮ ਕਰਨਾ ਪੈ ਜਾਵੇ। ਸੋ ਪ੍ਰੋਗਰਾਮ ਕਿਸਾਨੀ ਮੁੱਦੇ ਜਿਹੜਾ ਹੈ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸੋ ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।